प्रोग्राम इंटरनेशनल अपडेट देख रहे सारे ही दर्शकों का बहुत बहुत स्वागत है जी। मैं सुरभि शर्मा एक बार फिर तो हाजिर हो चुकी हाँ जी हाँ इंटरनेशनल अपडेट्स लैके स्पैशली तुहाडे लई जिस विच खास गल असीं करदे हां जी अमेरिका दी चोणां दियां। सो अमेरिका दी चोणां नूं बहुत घੱਟ समा रह चुकिया है। फैसला 2 दिनों दे विच ही हो जाएगा कि जिहड़े बाकी बचे वोटर्स ने ओह किस नूं अपना राष्ट्रपति चुनदे हन। सो बहुत अहम मुद्दा जिहड़ा इस वेले बनिया होया पूरी दुनिया दी नज़र इस ते टिकी हुई है। सो डेमोक्रेटिक पार्टी दी राष्ट्रपति अहुदे दी उम्मीदवार कमला हैरिस अते उन्हां दे रिपब्लिकन विरोधी साबका राष्ट्रपति डोनाल्ड ट्रंप चोण मुहिम वोटिंग बंद होने तो पहला कोई मौका नहीं छड़ रहे हैं। वो लगातार अपनी रैलियां कर रहे हैं, लोगों ने संबोधन कर रहे हैं, खास तौर पर उन्होंने राज्यों में जिथे कि ये वोटां बहुत अहम मनिया जांदियां ने, जिथे दे वोटर्स की वोट नूं बहुत खास मनिया जाता है क्योंकि ये वो स्विंग राज ने जिन्हां दे विच कोई भी पार्टी का एक पलड़ा नहीं हुंदा भारी, यानी कि ये वो राज है जिथे दे लोग जिहड़े ने अपने मूड नूं बदलते ही रहते हैं। सो दोवां नेता जिहड़े ने अपने लिए देशवासियों तो समर्थन मांग रहे हैं क्योंकि हुण समा बहुत घट रह गया है, हुण इसी समय भी समर्थन मंगिया जा रहा है। इस तो इलावा बहुत सारे लोग जिहड़े ने करोड़ां लोग ने 3 करोड़ ते बहुत ज़्यादा लोग जिहड़े ने हाले तक वोटां पा चुके हैं। हुण तक तो होर भी ज़्यादा वोटां पै चुकियां होणीआं ने, पर फिर भी कुछ वोटां हले भी बाकी ने। सो ਤੁਹਾਨੂੰ ਇਹ ਦੱਸਣਾ ਚਾਹ ਰਹੀ ਸੀ ਕਿ ਮੈਂ ਕਿ ਦੋਨਾਂ ਦੇ ਜਿਹੜੇ ਸਮਰਥਨ ਮੰਗ ਰਹੇ ਨੇ ਲੋਕਾਂ ਤੋਂ ਉਹਨਾਂ ਨੂੰ ਵਾਈਟ ਹਾਊਸ ਭੇਜਣ ਦੀ ਭਾਵਨਾਤਮਕ ਅਪੀਲ ਕੀਤੀ ਜਾ ਰਹੀ ਹੈ। ਅਤੇ ਇਸ ਤੋਂ ਇਲਾਵਾ ਦੱਸਣਯੋਗ ਹੈ ਕਿ ਅਮਰੀਕਾ ਦੇ ਵਿੱਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਉਪ ਰਾਸ਼ਟਰਪਤੀ ਹੈਰਿਸ ਨੇ ਸ਼ਨੀਵਾਰ ਨੂੰ ਵਿਸਕਾਂਸਿਨ 'ਚ ਆਪਣੇ ਹਜ਼ਾਰਾਂ ਉਤਸ਼ਾਹੀ ਸਮਰਥਕਾਂ ਨੂੰ ਸੰਬੋਧਨ ਕੀਤਾ ਅਤੇ ਉੱਥੇ ਇਹ ਕਿਹਾ ਕਿ ਅਸੀਂ ਜਿੱਤਾਂਗੇ। ਅਮਰੀਕੀ ਰਾਜਨੀਤੀ ਵਿੱਚ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣ ਦਾ ਸਮਾਂ ਆ ਗਿਆ ਹੈ। ਉਹਨਾਂ ਨੇ विस्कांसिन ਅਤੇ उत्तरी कैरोलिना ਦੇ ਵਿੱਚ शनिवार ਨੂੰ अपना चोन प्रचार किया ਤੇ ਐਤਵਾਰ ਤੇ ਸੋਮਵਾਰ ਨੂੰ ਉਹਨਾਂ ਨੇ ਆਪਣੇ ਪੂਰਾ ਸ਼ੈਡਿਊਲ ਸੈੱਟ ਕਰ ਦਿੱਤਾ ਹੈ ਕਿਉਂਕਿ ਆਹੀ ਦਿਨ ਬਾਕੀ ਨੇ ਜਿਸ ਵਿੱਚ ਉਹ ਚੋਣ ਪ੍ਰਚਾਰ ਕਰ ਸਕਦੇ ਨੇ। ਸੋ ਐਤਵਾਰ ਤੇ ਸੋਮਵਾਰ ਨੂੰ ਉਹ ਮਿਸ਼ੀਗਨ, ਜਾਰਜੀਆ ਤੇ ਪੈਂਸਿਲਵੇਨੀਆ ਵਿੱਚ ਆਪਣੇ ਸਮਾਪਤੀ ਬਹਿਸ ਕਰ ਸਕਦੀ ਹੈ। ਉਧਰ ਦੂਸਰੇ ਪਾਸੇ ਜੇ ਮੈਂ ਗੱਲ ਕਰਾਂ 78 ਸਾਲ ਦੇ ਡੋਨਾਲਡ ਟਰੰਪ ਦੀ ਤੇ ਉਹਨਾਂ ਨੇ ਵੀ ਸ਼ਨੀਵਾਰ ਨੂੰ ਆਪਣੀ ਚੋਣ ਮੁਹਿੰਮ ਸ਼ੁਰੂ ਰੱਖੀ ਅਤੇ ਇਸ ਜਾਰੀ ਕੀਤੀ ਗਈ ਮੁਹਿੰਮ ਦੇ ਵਿੱਚ ਉਹਨਾਂ ਨੇ ਵਰਜੀਨੀਆ ਨੂੰ ਚੁਣਿਆ। ਵਰਜੀਨੀਆ ਦੇ ਵਿੱਚ ਉਹਨਾਂ ਨੇ ਆਪਣੀ ਚੋਣ ਮੁਹਿੰਮ ਕੀਤੀ। ਸਲੇਮ ਦੇ ਵਿੱਚ ਆਪਣੇ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਰਾਸ਼ਟਰਪਤੀ ਨੇ ਦੇਸ਼ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਦਾ ਨਵਾਂ ਦੌਰ ਲਿਆਉਣ ਦਾ ਵਾਅਦਾ ਕੀਤਾ ਹੈ। ਸੋ ਇਹ ਵਾਅਦਿਆਂ ਦੀ ਲੜੀ ਹਾਲੇ ਤੱਕ ਚੱਲ ਰਹੀ ਹੈ। ਕਮਲਾ ਹੈਰਿਸ ਨੂੰ ਇੱਕ ਉਦਾਰ ਖੱਬੇ ਪੱਖੀ ਅਤੇ ਕੱਟੜਪੰਥੀ ਵੀ ਉਹਨਾਂ ਨੇ ਦੱਸਿਆ। ਇੱਥੇ ਟਰੰਪ ਦੇ ਅਗਲੇ 2 ਦਿਨਾਂ ਦੇ ਵਿੱਚ ਮਿਸ਼ੀਗਨ, ਪੈਂਸਿਲਵੇਨੀਆ, ਜਾਰਜੀਆ ਤੇ ਉੱਤਰੀ ਕੈਰੋਲੀਨਾ ਵਿੱਚ ਚੋਣ ਪ੍ਰਚਾਰ ਕਰਨ ਦੀ ਯੋਜਨਾ ਹੈ ਕਿਉਂਕਿ ਇਹੀ ਰਾਜ ਜਿਹੜੇ ਨੇ ਮੇਨ ਨੇ ਜਿੱਥੇ ਕਿ ਸਮਰਥਕਾਂ ਨੂੰ ਆਪਣੇ ਵੱਲ ਖਿੱਚਿਆ ਜਾਵੇਗਾ। ਜਿੰਨਾ ਜ਼ਿਆਦਾ ਉਨਾ ਹੀ ਜ਼ਿਆਦਾ ਇਹਨਾਂ ਨੂੰ ਫਾਇਦਾ ਹੋਵੇਗਾ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਲਈ ਕਿਸੇ ਉਮੀਦਵਾਰ ਨੂੰ 270 ਇਲੈਕਟਰੋ ਕਾਲਜ ਵੋਟਾਂ ਦੀਆਂ ਲੋੜ ਹੁੰਦੀ ਹੈ। ਸੋ ਇਹ 270 ਵੋਟਾਂ ਬਹੁਤ ਅਹਿਮ ਮੰਨੀਆਂ ਜਾਂਦੀਆਂ ਨੇ। ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਕਵਰ ਕਰਨ ਵਾਲੀ ਵੈਬਸਾਈਟ 272win.com ਮੁਤਾਬਕ हैरिस ਨੂੰ 226 ਇਲੈਕਟਰਲ ਵੋਟਾਂ ਮਿਲਣੀਆਂ ਯਕੀਨੀ ਹਨ। ਉਧਰ ਜੇ ਮੈਂ ਟਰੰਪ ਦੀ ਗੱਲ ਕਰਾਂ ਤੇ ਉਸ ਨੂੰ 219 ਇਲੈਕਟਰਲ ਵੋਟਾਂ ਮਿਲਣੀਆਂ ਯਕੀਨੀਆਂ ਹਨ। ਉਧਰ ਹੀ ਕਮਲਾ ਹੈਰਿਸ ਨੂੰ 270 ਦੇ ਜਾਦੂਈ ਆંકੜੇ ਤੱਕ ਪਹੁੰਚਣ ਦੇ ਲਈ 44 ਵਾਧੂ ਇਲੈਕਟਰਲ ਕਾਲਜ ਵੋਟਾਂ ਦੀ ਲੋੜ ਹੈ, ਜਦਕਿ ਟਰੰਪ ਨੂੰ 51 ਦੀ ਲੋੜ ਹੈ। ਜਿਸ ਲਈ ਦੋਵਾਂ ਉਮੀਦਵਾਰਾਂ ਦੀਆਂ ਨਜ਼ਰਾਂ 7 ਸਵਿੰਗ ਸਟੇਟਾਂ ਜਿਸ ਵਿੱਚ ਐਰੀਜ਼ੋਨਾ, ਜਾਰਜੀਆ, ਨੇਵਾਡਾ, ਵਿਸਕਾਂਸਿਨ, ਮਿਸ਼ੀਗਨ, ਪੈਂਸਿਲਵੇਨੀਆ, ਉੱਤਰੀ ਕੈਰੋਲੀਨਾ ਤੇ ਟਿਕੀਆਂ ਹੋਈਆਂ ਹਨ। ਉਧਰ ਹੀ ਅਮਰੀਕਾ ਦੇ ਜ਼ਿਆਦਾਤਰ ਰਾਜ ਅਜਿਹੇ ਹਨ ਜਿੱਥੇ ਇਤਿਹਾਸਕ ਤੌਰ ਤੇ ਡੈਮੋਕ੍ਰੈਟਿਕ ਪਾਰਟੀ ਜਾਂ ਰਿਪਬਲਿਕਨ ਪਾਰਟੀ ਦਾ ਦਬਦਬਾ ਹੈ। ਪਰ ਇਹ 7 ਰਾਜ ਜੋ ਤੁਹਾਨੂੰ ਹੁਣੇ ਦੱਸੇ ਨੇ ਜਿਸ ਵਿੱਚ ਐਰੀਜ਼ੋਨਾ, ਜਾਰਜੀਆ, ਨੇਵਾਡਾ, ਵਿਸਕਾਂਸਿਨ, ਮਿਸ਼ੀਗਨ, ਪੈਂਸਿਲਵੇਨੀਆ, ਉੱਤਰੀ ਕੈਰੋਲੀਨਾ ਇਹ ਅਜਿਹੇ ਹਨ ਜਿੱਥੇ ਵੋਟਰਾਂ ਦਾ ਮੂਡ ਕਿਸੇ ਇੱਕ ਸਿਆਸੀ ਪਾਰਟੀ ਨੂੰ ਸਮਰਥਨ ਦੇਣ ਤੱਕ ਸੀਮਿਤ ਨਹੀਂ ਹੈ। ਯਾਨੀ ਕਿ ਇੱਥੇ ਦੇ ਵੋਟਰ ਜਿਹੜੇ ਨੇ ਆਪਣੇ ਮੂਡ ਨੂੰ ਸਵਿੰਗ ਕਰਦੇ ਰਹਿੰਦੇ ਨੇ। ਇਹ ਨਹੀਂ ਕਿਹਾ ਜਾ ਸਕਦਾ ਕਿ ਇੱਥੋਂ ਦੇ ਇਸ ਰਾਜ ਦੇ ਜਿਹੜੇ ਲੋਕ ਨੇ ਉਹ ਇੱਕ ਪਾਰਟੀ ਵੱਲ ਦੇ ਨੇ, ਨਹੀਂ, ਉਹ ਕਦੀ ਡੈਮੋਕ੍ਰੈਟਿਕ ਵੱਲ ਹੋ ਸਕਦੇ ਨੇ ਤੇ ਅਗਲੀ ਹੀ ਵਾਰ ਉਹ ਰਿਪਬਲਿਕਨ ਪਾਰਟੀ ਵੱਲ ਵੀ ਹੋ ਸਕਦੇ ਨੇ। ਇਸ ਕਰਕੇ ਵੀ ਇਹਨਾਂ ਨੂੰ ਸਵਿੰਗ ਰਾਜ ਕਿਹਾ ਜਾਂਦਾ ਹੈ ਕਿਉਂਕਿ ਇੱਥੋਂ ਦੇ ਲੋਕਾਂ ਦੀ ਇੱਕ ਤਾਂ ਵੋਟ ਬਹੁਤ ਜ਼ਿਆਦਾ ਅਹਿਮ ਹੈ ਔਰ ਦੂਸਰੀ ਇੱਥੋਂ ਦੇ ਲੋਕ ਜਿਹੜੇ ਨੇ ਕਿਸੇ ਇੱਕ ਪਾਰਟੀ ਦਾ ਸਮਰਥਨ ਨਹੀਂ ਕਰਦੇ ਨੇ। ਸੋ ਇਹਨਾਂ ਰਾਜਾਂ ਦੇ ਵੋਟਰ ਹਰ ਚੋਣ ਵਿੱਚ ਆਪਣੀ ਪਸੰਦ ਬਦਲਦੇ ਹੀ ਰਹਿੰਦੇ ਹਨ, ਯਾਨੀ ਕਿ ਉਹਨਾਂ ਦਾ ਮੂਡ ਬਦਲਦਾ ਰਹਿੰਦਾ ਹੈ। ਇਸ ਕਾਰਨ ਕਰਕੇ ਹੀ ਇਹਨਾਂ ਨੂੰ ਸਵਿੰਗ ਸਟੇਟਸ ਕਿਹਾ ਜਾਂਦਾ ਹੈ। ਉਧਰ ਹੀ ਅਮਰੀਕਾ ਦੇ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਪੈਂਸਿਲਵੇਨੀਆ ਰਾਜ ਜੋ ਇਹਨਾਂ 7 ਰਾਜ ਵਿੱਚੋਂ ਇੱਕ ਆਉਂਦਾ ਹੈ, ਅਹਿਮ ਭੂਮਿਕਾ ਨਿਭਾਉਣ ਵਾਲਾ ਹੈ
क्योंकि इत्थों दे 7 बहुत ज़्यादा वोटरां वाले राज्यां विचों ये पहले स्थान ते आंदा है। सो पेंसिल्वेनिया इन्हां 7 राज्यां विचों पहले नंबर ते आउंदा है। जे गल करिए पेंसिल्वेनिया दी ते बाकी राज्य दी, इत्थे दे वोटर्स बहुत अहम मन्ने जांदे ने क्योंकि इन्हां दी ज़्यादा गिनती है। उतों ये स्विंग वोटर्स ने, इन्हां दे मूड बदलते रहंदे ने। इन्हां दे उत्ते ही ज़्यादा जोर जिहड़ा है ये दोनों उम्मीदवार लगा भी रहे ने, यानी कि कमला हैरिस ते डोनाल्ड ट्रंप जिहड़े ने अपना पूरा जोर इन्हां राज्यां दे उत्ते लगा रहे ने ताकि इन्हां राज्यां दे लोकां वल अपने वल जिहड़ा है संबोधन किया जा सके, उन्हां दे समर्थक विच आ सकन। मौजूदा समय विच राष्ट्रपति चोणां विच रिपब्लिकन पार्टी के उम्मीदवार साबका राष्ट्रपति डोनाल्ड ट्रंप और डेमोक्रेटिक उम्मीदवार उप राष्ट्रपति कमला हैरिस पेंसिल्वेनिया च बराबरी ते हन। सो पेंसिल्वेनिया विच दोनों बराबर चल रहे। उधर ही रियल क्लियर पॉलिटिक्स की रिपोर्ट के अनुसार चोणां तो 4 दिन पहला ट्रंप हैरिस तो 0.5% अंकां नाल अगे चल रहे ने। साल 2020 दी चोणां दी जे मैं गल करां, साल 2020 ਦੀਆਂ ਚੋਣਾਂ ਤੋਂ 4 दिन पहला ही जो बाइडन ਕੋਲ ਪੈਂਸਿਲਵੇਨੀਆ ਦੇ ਵਿੱਚ ट्रंप ਤੇ 3.6 अंकां ਦੀ बढ़त ਸੀਗੀ। इस कारण दोवां पार्टियां ਦੇ राष्ट्रपति अहुदे ਦੇ उम्मीदवार अपना ज़्यादातर समा ਜਿਹੜਾ ਨੇ इस राज ਵਿੱਚ प्रचार ਵਿੱਚ ਲੰਘਾ ਰਹੇ ਨੇ ताकि ਇੱਥੋਂ ਦੇ ਲੋਕਾਂ ਨੂੰ ਚੰਗੀ ਤਰੀਕੇ ਨਾਲ ਸੰਬੋਧਨ ਕੀਤਾ ਜਾ ਸਕੇ ਤੇ ਆਪਣੇ ਵੱਲ ਵੋਟਾਂ ਹਾਸਲ ਕੀਤੀਆਂ ਜਾ ਸਕਣ। ਜੇ ਮੈਂ ਹੈਰਿਸ ਦੀ ਗੱਲ ਕਰਾਂ ਤੇ ਹੈਰਿਸ ਨੇ ਵੀ ਪੈਂਸਿਲਵੇਨੀਆ ਦੇ ਵਿੱਚ ਕਈ ਪ੍ਰਚਾਰ ਪ੍ਰੋਗਰਾਮ ਆਯੋਜਿਤ ਕੀਤੇ ਹਨ। प्राप्त रिपोर्ट अनुसार वो इत्थे मिशिगन नालों दुगने प्रोग्रामां दा आयोजन कर चुकी है। लोगों को रैलियां द्वारा संबोधन किया जा रहा है और अपने वादे के दावे जोड़े पेश किए जा रहे हैं कि वह अमरीका जो राष्ट्रपति बनेगी तो की कुछ करेगी। पर यह फैसला हुण इन्हां राज्यां दे वोटरां ते डिपेंड हो चुका है कि 2 दिन बाद जो फैसला आने वाला है आखिर उस विच राज जिहड़े ने राज दे लोग ने किस नूं चुनदे ने अपना अगला राष्ट्रपति। फिलहाल कुछ बढ़त दे नाल कमला हैरिस से डोनाल्ड ट्रंप तो अगे चल रही है, पर यह हले तक पेंडिंग है क्योंकि दोनों के बीच एक फसवा मुकाबला चल रहा है, टक्कर का मुकाबला है जिस विच कुछ भी हो सकता है। उधर ही कमला हैरिस नूं कुछ अंकों की जरूरत है, जिस अंकों को हासिल करने बाद 270 तक पहुँच सकती है। उधर डोनाल्ड ट्रंप कुछ अंकों नाल पिछे चल रहे हैं जिस विच उन्होंने 51 वोटां की होर जरूरत पै सकती है। पर हुण ये वोटां जिहड़ियां ने काफ़ी लंबा समा जो इंतजार सीगा हुण खत्म होने वाला है क्योंकि समा हुण नज़दीक आ रहा है। जिवें जिवें समा नज़दीक आ रहा है उंज ही लोगों दी दिल दी धड़कनां भी बहुत ज़्यादा वध रही ने क्योंकि बहुत सारे लोगों को इस बार उम्मीदां जिहड़ियां ने बहुत ज़्यादा ने और बहुत सारे लोग जो ट्रंप नूं समर्थन कर रहे हैं ਅਤੇ कमला हैरिस नूं कर रहे हैं। उन्हां दी उम्मीद जिहड़ी है हुण किन्नी क कायम रहिंदी है किन्नी नहीं, ये तो 5 नवंबर नूं पता चल जाएगा। फिलहाल 5 नवंबर दिन अमेरिका के इतिहास में बहुत अहम ते खास मनिया जा रहा है। अमरीकी राष्ट्रपति बारे फैसले की कड़ी हुण नेड़े आ गई है। आपां गल कर रहे हैं जी अमेरिका की चोणां दी, राष्ट्रपति चोणां दी, जिसका समा हुण बहुत घट हो चुका है तो फैसले की कड़ी है हौली हौली नज़दीक आ चुकी है। ना सिर्फ अमेरिका बल्कि दुनिया भर के लिए ये बहुत अहम फैसला है। इस फैसले को बहुत महत्वपूर्ण मनिया जा रहा है क्योंकि इस समय सब दियां निगाहां यानी दुनिया भर के जिहड़े देश ने ना उन्हां सब दी निगाहां इस वेले अमेरिका दियां राष्ट्रपति चोणां च हन क्योंकि अमेरिका की राष्ट्रपति की चोणां बहुत इंपोर्टेंट ने ਅਤੇ बहुत खास मनिया जांदियां ने क्योंकि अमेरिका एक ताकतवर देश है तो अमेरिका का संबंध दुनिया के हर देश के नाल हुंदा है। सो इस करके भी एक खास है बहुत ज़्यादा कि अगला राष्ट्रपति कौन होएगा क्योंकि अगले राष्ट्रपति के आउण दे नाल ही बहुत सारे देशों के विच ਜਿਹੜੇ संबंध ने अमेरिका के नाल सुधरनगे बिगड़नगे ये तो बाद विच पता चलेगा। फिलहाल ਜਿਹੜੇ बाकी देश ने बाकी दुनिया के देश ने उन्होंने वालों भी अपनी अपनी क्यासां लगाईयां जा रही ने। कुछ कमला हैरिस के समर्थन के बोल रहे हैं, कुछ डोनाल्ड ट्रंप के समर्थन में बोल रहे हैं और इन्हां दोनों के दावे वादियां ते ही सब दियां नज़रां जिहड़ियां टिकियां हुईयां ने। हुण इन्हां दे उत्ते सब डिपेंड है कि कौन जिहड़ा राष्ट्रपति बनेगा ते किस दे नाल संबंध जिहड़े वधिया होणगे बिगड़नगे। इस तो इलावा दुनिया दे विच बहुत सारी चर्चा इस समय सिर्फ अमेरिका के राष्ट्रपति चोणां दी चल रही ने क्योंकि इस सिर्फ हुण 2 दिन बाकी ने और 5 नवंबर की शाम तक वोटां पैणियां हन। उस तो बाद इन्हां दी गिनती शुरू हो जाएगी। शाम की वोटां तो बाद लोगों की दिल दी धड़कनां भी तेज़ हो जाणगियां और फैसला बहुत जल्द लोगों सामने आ जाएगा। राष्ट्रपति लई चोण पिड़ विच उम्मीदवार 6 मौजूद हैं पर मुकाबला रिपब्लिकन पार्टी के डोनाल्ड ट्रंप और डेमोक्रेटिक पार्टी के उम्मीदवार ते मौजूदा उपराष्ट्रपति कमला हैरिस दरमियान ही है। ये मुकाबला बहुत फसवा मनिया जा रहा है। जिवें आप सब जानते हैं कि दोनों के बीच सिर्फ मामूली अंकों का ही फर्क है। तकरीबन सारे चोण सर्वेखणां मुताबक
ਕਮਲਾ ਹੈਰਿਸ ਆਪਣੇ ਵਿਰੋਧੀ ਟਰੰਪ ਤੋਂ ਸਿਰਫ ਕੁਝ ਕੀ ਪੁਆਇੰਟ ਅੱਗੇ ਹੈ। ਉਸਨੂੰ 49% ਵੋਟਾਂ ਮਿਲਣ ਦੇ ਅਨੁਮਾਨ ਹਨ, ਜਦਕਿ ਟਰੰਪ ਦੇ ਹਮਾਇਤੀ ਵੋਟਰਾਂ ਦੀ ਫੀਸਦੀ 48 ਦੱਸੀ ਜਾ ਰਹੀ ਹੈ। ਵੋਟਾਂ ਪੈਣ ਦਾ ਅਮਲ ਅਮਰੀਕਾ ਦੇ ਬਹੁਤੇ ਰਾਜਾਂ ਵਿੱਚ 20 ਦਿਨ ਪਹਿਲਾਂ ਸ਼ੁਰੂ ਹੋ ਗਿਆ ਸੀ, ਜਦੋਂ ਜਿਸ ਵੋਟਰ ਨੂੰ ਸਮਾਂ ਮਿਲਦਾ ਹੈ ਉਹ ਵੋਟ ਪਾ ਆਉਂਦਾ ਹੈ। ਕਿਉਂਕਿ ਇੱਥੇ ਆਪਣੇ ਭਾਰਤ ਨਾਲੋਂ ਬਹੁਤ ਵੱਡਾ ਫਰਕ ਹੈ, ਜਿੱਥੇ ਭਾਰਤ ਦੇ ਵਿੱਚ ਵੋਟਾਂ ਦਾ ਇੱਕ ਦਿਨ ਰੱਖਿਆ ਜਾਂਦਾ ਹੈ ਅਤੇ ਸਭ ਲੋਕ ਇੱਕੋ ਦਿਨ ਵੋਟ ਪਾਉਂਦੇ ਨੇ, ਉੱਥੇ ਅਮਰੀਕਾ ਵਿੱਚ ਵੋਟਾਂ ਕਾਫੀ ਸਮਾਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਚੋਣ ਰੈਲੀਆਂ ਵੀ ਇਸ ਦੇ ਨਾਲ ਹੀ ਚੱਲਦੀਆਂ ਰਹਿੰਦੀਆਂ ਨੇ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਸਿਰਫ 2 ਦਿਨ ਬਾਕੀ ਹੈ, ਪਰ ਹਲੇ ਵੀ ਚੋਣ ਪ੍ਰਚਾਰ ਜਿਹੜਾ ਹੈ ਦੋਨੋਂ ਉਮੀਦਵਾਰਾਂ ਵੱਲੋਂ ਕੀਤਾ ਜਾ ਰਿਹਾ ਹੈ, ਜੰਮ ਕੇ ਕੀਤਾ ਜਾ ਰਿਹਾ ਹੈ। ਦੋਨਾਂ ਵਿੱਚ ਟੱਕਰ ਦਾ ਮੁਕਾਬਲਾ ਚੱਲ ਰਿਹਾ ਹੈ, ਕਿਉਂਕਿ ਹਲੇ ਵੀ ਬਹੁਤ ਸਾਰੇ ਲੋਕ ਬਾਕੀ ਨੇ ਜਿਨ੍ਹਾਂ ਨੇ ਹਾਲੇ ਤੱਕ ਇਹ ਫੈਸਲਾ ਨਹੀਂ ਕੀਤਾ ਕਿ ਉਹ ਕਿਸ ਨੂੰ ਵੋਟ ਪਾਣਗੇ। ਸੋ ਜਦੋਂ ਜਿਸ ਵੋਟਰ ਨੂੰ ਸਮਾਂ ਮਿਲਦਾ ਹੈ ਉਹ ਵੋਟ ਪਾਉਣ ਚਲਾ ਜਾਂਦਾ ਹੈ। ਇਸ ਲਈ ਬਹੁਗਿਣਤੀ ਵੋਟਾਂ 5 ਨਵੰਬਰ ਤੋਂ ਪਹਿਲਾਂ ਹੀ ਭੁਗਤ ਜਾਣੀਆਂ ਯਕੀਨੀ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਨੇ ਪਸੰਦੀਦਾ ਉਮੀਦਵਾਰ ਬਾਰੇ ਮਨ ਬਣਾਇਆ ਹੋਇਆ ਸੀ ਉਹ ਤਾਂ ਆਪੋ ਆਪਣੀ ਵੋਟ ਪਹਿਲਾਂ ਹੀ ਭੁਗਤਾ ਚੁੱਕੇ ਹਨ। ਹੁਣ ਤਾਂ ਬਹੁਤੇ ਵੋਟਰ ਉਹ ਬਚੇ ਹੋਏ ਹਨ ਜਿਨ੍ਹਾਂ ਨੇ ਅਜੇ ਵੀ ਪੂਰਾ ਮਨ ਨਹੀਂ ਬਣਾਇਆ ਹੈ, ਜਿਹੜੇ ਹਲੇ ਵੀ ਵਿਚਾਰ ਵਿੱਚ ਹਨ ਕਿ ਉਹ ਵੋਟ ਕਿਸ ਨੂੰ ਪਾਉਣ, ਕਿਉਂਕਿ ਮੁਕਾਬਲਾ ਬਹੁਤ ਫਸਵਾਂ ਹੈ। ਇਸ ਲਈ ਬਹੁਤ ਸਾਰੇ ਵੋਟਰ ਇਸ ਗੱਲ ਨੂੰ ਲੈ ਕੇ ਕਨਫਿਊਜ਼ ਹੋ ਚੁੱਕੇ ਨੇ ਕਿ ਉਹ ਕਿਸ ਨੂੰ ਵੋਟ ਪਾਉਣ ਅਤੇ ਕਿਸ ਨੂੰ ਜਿਤਾਉਣ, ਕਿਸ ਨੂੰ ਨਾ ਜਿਤਾਉਣ। ਇਸ ਲਈ ਟਰੰਪ ਤੇ ਹੈਰਿਸ ਵੱਲੋਂ ਆਪਣਾ ਪੂਰਾ ਜ਼ੋਰ ਵੀ ਲਗਾਇਆ ਜਾ ਰਿਹਾ ਹੈ ਕਿ ਜਿਹੜੇ ਬਾਕੀ ਵੋਟਰ ਬਚ ਚੁੱਕੇ ਨੇ, ਜਿਨ੍ਹਾਂ ਨੇ ਹਾਲੇ ਤੱਕ ਆਪਣੀਆਂ ਵੋਟਾਂ ਨਹੀਂ ਪਾਈਆਂ ਹਨ, ਉਹਨਾਂ ਨੂੰ ਆਪਣੇ ਵੱਲ ਖਿੱਚਿਆ ਜਾਵੇ, ਉਹਨਾਂ ਦੀ ਵੋਟ ਨੂੰ ਹਾਸਲ ਕੀਤਾ ਜਾਵੇ। ਸੋ ਉਹ ਅਜਿਹੇ ਵੋਟਰਾਂ ਨੂੰ ਪ੍ਰਭਾਵਿਤ ਕਰਕੇ ਪੋਲਿੰਗ ਸਟੇਸ਼ਨਾਂ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਅਜਿਹੀ ਰਣਨੀਤੀ ਦੇ ਤਹਿਤ ਪ੍ਰਚਾਰ ਲਈ ਜੋ ਸ਼ਬਦਾਵਲੀ ਵਰਤੀ ਜਾ ਰਹੀ ਹੈ ਉਹ ਨਾ ਸਿਰਫ ਅਸਭਿਆ ਹੈ, ਬਲਕਿ ਕੂੜ ਪ੍ਰਚਾਰ ਤੋਂ ਵੀ ਵੱਧ ਮਲੀਨ ਹੈ। ਅਮਰੀਕੀ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣ ਦੀ ਵਿਧੀ ਨਿਰਾਲੀ ਹੈ। ਪਾਰਲੀਮੈਂਟ 2 ਸਦਨੀ ਹੈ, ਸੈਨੇਟ ਤੇ ਪ੍ਰਤੀਨਿਧੀ ਸਭਾ, ਸੂਬਿਆਈ ਅਸੈਂਬਲੀਆਂ ਦਾ ਰੂਪ ਵੀ ਅਜਿਹਾ ਹੈ। ਦੋਵਾਂ ਸਦਨਾਂ ਦੇ ਮੈਂਬਰਾਂ ਦੀ ਚੋਣ ਲੋਕਾਂ ਵੱਲੋਂ ਸਿੱਧੇ ਤੌਰ ਤੇ ਬਹੁਮਤ ਦੇ ਸਿਧਾਂਤ ਮੁਤਾਬਕ ਕੀਤੀ ਜਾਂਦੀ ਹੈ। ਰਾਸ਼ਟਰਪਤੀ ਦੀ ਚੋਣ ਦੇ ਲਈ ਵੋਟਾਂ ਵੀ ਇਸੇ ਢੰਗ ਨਾਲ ਹੀ ਪੈਂਦੀਆਂ ਹਨ, ਪਰ ਚੋਣ ਸਿੱਧੇ ਤੌਰ ਤੇ ਨਹੀਂ ਹੁੰਦੀ। ਇਹ ਚੋਣ ਮੰਡਲ ਯਾਨੀ ਇਲੈਕਟੋਰਲ ਕਾਲਜ ਕਰਦਾ ਹੈ। ਇਸ ਮੰਡਲ ਦੇ ਮੈਂਬਰਾਂ ਦੀ ਗਿਣਤੀ ਦਾ ਫਾਰਮੂਲਾ 18ਵੀਂ ਸਦੀ ਤੋਂ ਤੈਅਸ਼ੁਦਾ ਹੈ। ਇਸ ਵੇਲੇ ਇਹ ਗਿਣਤੀ 538 ਹੈ। ਮੁਲਕ ਦੇ 48 ਰਾਜਾਂ ਦੇ ਕੌਮੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਸਭ ਕੁਝ ਜੇਤੂ ਦਾ ਵਾਲਾ ਸਿਧਾਂਤ ਲਾਗੂ ਹੈ, ਭਾਵ ਕਿ ਜਿਸ ਉਮੀਦਵਾਰ ਨੇ ਬਹੁਮਤ ਹਾਸਲ ਕਰ ਲਿਆ ਹੈ ਉੱਥੋਂ ਦੇ ਚੋਣ ਮੰਡਲ ਦੇ ਸਾਰੇ ਮੈਂਬਰ ਉਸ ਦੇ ਹੋਣਗੇ, ਯਾਨੀ ਇਲੈਕਟੋਰਲ ਸੇ। ਸਿਰਫ 2 ਰਾਜ ਮੇਨ ਤੇ ਨੈਬਰਾਸਕਾ ਅਜਿਹੇ ਹਨ ਜਿਹੜੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦੇ ਅਨੁਪਾਤ ਨਾਲ ਚੋਣ ਮੰਡਲ ਦੇ ਮੈਂਬਰ ਨਿਸ਼ਚਿਤ ਕਰਦੇ ਹਨ। ਚੋਣ ਮੰਡਲ ਦੇ ਇਨ੍ਹਾਂ ਸੂਬਿਆਈ ਮੈਂਬਰਾਂ ਦੀ ਗਿਣਤੀ ਰਾਜਾਂ ਦੀ ਵਸੋਂ ਦੇ ਆਧਾਰ ਤੇ ਤੈਅ ਕੀਤੀ ਗਈ ਸੀ, ਭੂਗੋਲਿਕ ਰਕਬੇ ਦੇ ਆਧਾਰ ਤੇ ਨਹੀਂ। ਸੋ ਮਸਲਨ ਕੈਲੀਫੋਰਨੀਆ ਦੇ ਇਲੈਕਟੋਰਸ ਦੀ ਗਿਣਤੀ 54 ਹੈ ਅਤੇ ਸਭ ਤੋਂ ਵੱਡੇ ਰਾਜ ਟੈਕਸਾਸ ਦੀ 401, ਫਲੋਰੀਡਾ ਤੇ ਨਿਊਯਾਰਕ ਵਰਗੇ ਛੋਟੇ-ਛੋਟੇ ਰਕਬਾਈ ਰਾਜਾਂ ਦੀ ਇਲੈਕਟੋਰਸ ਦੀ ਗਿਣਤੀ ਕਰਮਵਾਰ 30 ਤੋਂ 28 ਹੈ, ਜਦਕਿ ਉੱਤਰੀ ਡਕੋਟਾ, ਦੱਖਣੀ ਡਕੋਟਾ, ਵਰਮੋਂਟ ਅਤੇ ਵਿਓਮਿੰਗ ਵਰਗੇ ਰਾਜ ਵੱਡੇ ਭੂਗੋਲਿਕ ਰਕਬੇ ਦੇ ਬਾਵਜੂਦ ਮਹਿਜ 3 ਇਲੈਕਟੋਰਸ ਹੀ ਚੋਣ ਮੰਡਲ ਵਿੱਚ ਭੇਜ ਸਕਦੇ ਹਨ। ਇਸ ਪ੍ਰਣਾਲੀ ਦਾ ਮੁੱਖ ਨੁਕਸ ਇਹ ਹੈ ਕਿ ਲੋਕਾਂ ਦੀਆਂ ਵੋਟਾਂ ਦੀ ਗਿਣਤੀ ਪੱਖੋਂ ਬਹੁਮਤ ਪ੍ਰਾਪਤ ਕਰਨ ਵਾਲਾ ਉਮੀਦਵਾਰ ਵੀ ਚੋਣ ਮੰਡਲ ਵਿੱਚ ਘੱਟ ਵੋਟਾਂ ਹੋਣ ਕਾਰਨ ਹਾਰਿਆ ਹੋਇਆ ਮੰਨਿਆ ਜਾਂਦਾ ਹੈ। ਇਸ ਸਦੀ ਦੌਰਾਨ ਪਹਿਲਾਂ 2000 ਵਿੱਚ ਡੈਮੋਕ੍ਰੇਟ ਉਮੀਦਵਾਰ ਅਲ ਗੋਰ ਨਾਲ ਇਹ ਭਾਣਾ ਵਰਤਿਆ ਤੇ ਫਿਰ 2016 ਵਿੱਚ ਮੁੜ ਇਸੇ ਪਾਰਟੀ ਦੀ ਹਿਲੈਰੀ ਕਲਿੰਟਨ ਨਾਲ। ਇਸ ਤੋਂ ਪਹਿਲਾਂ 1800ਵੀਂ ਵਿੱਚ 3 ਵਾਰ ਅਜਿਹਾ ਕੁਝ ਵਾਪਰਿਆ। ਇਸੇ ਕਰਕੇ ਉਮੀਦਵਾਰ ਚੋਣ ਪ੍ਰਚਾਰ ਦੌਰਾਨ ਆਪਣਾ ਧਿਆਨ ਮੁੱਖ ਤੌਰ ਤੇ ਉਹਨਾਂ ਰਾਜਾਂ ਉੱਤੇ ਕੇਂਦਰਿਤ ਕਰਦੇ ਹਨ ਜਿਨ੍ਹਾਂ ਦੀ ਚੋਣ ਮੰਡਲ ਅੰਦਰ ਪ੍ਰਤੀਨਿਧਤਾ ਵਡੇਰੀ ਹੁੰਦੀ ਹੈ। ਸੋ ਰਵਾਇਤੀ ਰੁਝਾਨਾਂ ਮੁਤਾਬਕ ਮਹਾਨਗਰਾਂ ਅਤੇ ਸ਼ਹਿਰੀ ਕੇਂਦਰਾਂ ਵਿੱਚ ਡੈਮੋਕ੍ਰੇਟਾਂ ਦੀ ਚੜ੍ਹਤ ਰਹਿੰਦੀ ਹੈ ਅਤੇ ਕਸਬਿਆਂ ਤੇ ਪੇਂਡੂ ਖੇਤਰਾਂ ਵਿੱਚ ਰਿਪਬਲਿਕਨਾਂ ਦੀ। ਇਸ ਦੀ ਵਜ੍ਹਾ ਇਹ ਹੈ ਕਿ ਸ਼ਹਿਰੀ ਵਸੋਂ ਵੱਖ-ਵੱਖ ਧਰਮਾਂ, ਕੌਮਾਂ, ਜਾਤੀਆਂ ਤੇ ਨਸਲਾਂ ਦਾ ਮਿਸ਼ਰਣ ਹੁੰਦੀ ਹੈ, ਜਦਕਿ ਪੇਂਡੂ ਖੇਤਰਾਂ ਵਿੱਚ ਗੋਰੇ ਨਸਲ ਪ੍ਰਸਤਾਂ ਦੀ ਸਰਦਾਰੀ ਹੈ। ਇਹ ਵੀ ਇੱਕ ਵਿਡੰਬਨਾ ਹੈ ਕਿ ਜਿਸ ਰਿਪਬਲਿਕਨ ਪਾਰਟੀ ਦੇ ਨੇਤਾ ਅਬਰਾਹਮ ਲਿੰਕਨ ਨੇ 1860 ਵਿੱਚ ਸਿਆਫਾਵਾਂ ਦੀ ਗੁਲਾਮੀ ਦੀ ਪ੍ਰਥਾ ਖਤਮ ਕੀਤੀ ਸੀ, ਉਸ ਪਾਰਟੀ ਨੂੰ ਹੀ ਹੁਣ ਗੋਰਿਆਂ ਦੀ ਸਰਪ੍ਰਸਤ ਮੰਨਿਆ ਜਾਂਦਾ ਹੈ। ਬਹਿਰਾਲ ਜਿਸ ਨਵੀਂ ਕਿਸਮ ਦਾ ਪ੍ਰਚਾਰ ਇਸ ਵੇਲੇ ਜਾਰੀ ਹੈ ਉਹ ਸਮਾਜਿਕ ਵੰਡੀਆਂ ਵਧਾਉਣ ਵਾਲਾ ਹੈ।
ਸੋ ਇਸ ਦੇ ਨਤੀਜੇ ਕੀ ਨਿਕਲਦੇ ਹਨ ਅਤੇ ਇਹ ਨਤੀਜੇ ਆਲਮੀ ਰਾਜਨੀਤੀ ਉੱਤੇ ਕੀ ਅਸਰ ਪਾਉਂਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ। ਫਿਲਹਾਲ ਇਹ ਵੋਟਾਂ ਲੋਕਾਂ ਨੂੰ ਬਹੁਤ ਜ਼ਿਆਦਾ ਕਨਫਿਊਜ਼ ਕਰ ਰਹੀਆਂ ਨੇ, ਜਿਸ ਕਰਕੇ ਬਹੁਤ ਸਾਰੇ ਲੋਕ ਇਸੀ ਹੀ ਪ੍ਰੋਬਲਮ ਦੇ ਵਿੱਚ ਫਸੇ ਹੋਏ ਨੇ ਕਿ ਉਹ ਆਖਿਰ ਕਿਸ ਨੂੰ ਵੋਟ ਪਾਉਣ। ਫਿਲਹਾਲ 5 ਨਵੰਬਰ ਇੱਕ ਆਖਰੀ ਦਿਨ ਹੈ ਜਦੋਂ ਉਹਨਾਂ ਵੋਟਰਾਂ ਨੂੰ ਵੀ ਬੜਾ ਮਨ ਬਣਾਉਣਾ ਪਏਗਾ ਕਿ ਉਹ ਕਿਸ ਨੂੰ ਵੋਟ ਪਾਉਣ। ਫਿਲਹਾਲ ਵੋਟ ਸੋਚ ਸਮਝ ਕੇ ਪਾਉਣੀ ਚਾਹੀਦੀ ਹੈ, ਪਰ ਇਹ ਸਰਵੇਖਣਾਂ ਦੇ ਅਕੋਰਡਿੰਗ ਜਿਹੜਾ ਹੈ ਕੁਝ ਲੋਕ ਇਸ ਨੂੰ ਦੇਖਦੇ ਵੀ ਨੇ। ਸਰਵੇਖਣਾਂ ਦੀ ਜੇ ਮੈਂ ਗੱਲ ਕਰਾਂ, ਦੋਨਾਂ ਸਰਵੇਖਣਾਂ ਦੇ ਵਿੱਚ ਦੋਨੋਂ ਹੀ ਉਮੀਦਵਾਰ ਬਰਾਬਰ ਦੇ ਵਿੱਚ ਨੇ। ਇਸੇ ਕਰਕੇ ਹੀ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਵੱਡੀ ਕਨਫਿਊਜ਼ਨ ਜਿਹੜੀ ਪੈਦਾ ਹੋ ਚੁੱਕੀ ਹੈ ਕਿ ਆਖਿਰ ਉਹ ਵੋਟ ਕਿਸ ਨੂੰ ਪਾਉਣ। ਫਿਲਹਾਲ ਕਮਲਾ ਹੈਰਿਸ ਅਤੇ ਡੋਨਲਡ ਟਰੰਪ ਜਿਹੜੇ ਨੇ ਆਪਣੇ ਵਾਅਦੇ ਦਾਅਵੇ ਵੀ ਪੇਸ਼ ਕਰ ਰਹੇ ਨੇ ਤਾਂ ਕਿ ਜਿਹੜੇ ਵੋਟਰਸ ਬਚ ਚੁੱਕੇ ਨੇ ਉਹਨਾਂ ਨੂੰ ਸਮਝਾਇਆ ਜਾ ਸਕੇ ਕਿ ਉਹਨਾਂ ਦੀ ਰਾਜਨੀਤੀ ਵਿੱਚ ਕੀ ਕੁਝ ਹੋਏਗਾ, ਅਗਰ ਉਹ ਰਾਸ਼ਟਰਪਤੀ ਬਣ ਜਾਂਦੇ ਨੇ ਤੇ ਅਮਰੀਕਾ ਦੇ ਵਿੱਚ ਕੀ ਕੁਝ ਸੁਧਾਰ ਹੋਣਗੇ ਤੇ ਕੀ ਕੁਝ ਕਰਨਾ ਹਲੇ ਬਾਕੀ ਹੈ। ਸੋ ਇਹਨਾਂ ਸਭ ਨੂੰ ਦੇਖ ਕੇ ਹੀ ਬਹੁਤ ਸਾਰੇ ਵੋਟਰਾਂ ਨੇ ਜਿਹੜੀ ਆਪਣੀ ਵੋਟ ਪਾਈ ਹੈ। ਫਿਲਹਾਲ ਕੁਝ ਰਾਜ ਦੇ ਲੋਕਾਂ ਦੀ ਵੋਟ ਬਾਕੀ ਹੈ। ਬਹੁਤ ਸਾਰੇ ਵੋਟਰ ਜਿਹੜੇ ਨੇ 5 ਨਵੰਬਰ ਨੂੰ ਵੋਟਾਂ ਪਾਉਣਗੇ ਅਤੇ ਇਹਨਾਂ ਦੋਨਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਸੋ ਦੋਨੋਂ ਉਮੀਦਵਾਰ ਯਾਨੀ ਕਿ ਰਾਸ਼ਟਰਪਤੀ ਚੋਣ ਦੇ ਵਿੱਚ ਇੱਕ ਦੂਸਰੇ ਦੇ ਆਮੋ ਸਾਹਮਣੇ ਖੜੇ ਹੋਏ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਤੋਂ ਡੋਨਲਡ ਟਰੰਪ ਜਿਹੜੇ ਨੇ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ। ਜਿਵੇਂ ਜਿਵੇਂ ਸਮਾਂ ਨਜ਼ਦੀਕ ਆ ਰਿਹਾ ਹੈ ਉਦਾਂ ਹੀ ਦੋਨੋਂ ਹੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਇੱਕ ਦੂਸਰੇ ਦੇ ਉੱਤੇ ਕੋਈ ਨਾ ਕੋਈ ਇਲਜ਼ਾਮ ਲਗਾਉਂਦੇ ਤਿੱਖਾ ਹਮਲਾ ਕਰਦੇ ਹੋਏ ਨਜ਼ਰ ਵੀ ਆ ਰਹੇ ਨੇ। ਉਧਰ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਇਹ ਦੋਸ਼ ਲਗਾਇਆ ਹੈ ਜੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਤੇ ਉੱਤੇ ਅਤੇ ਉਹਨਾਂ ਦੇ ਵਿਰੋਧੀ ਡੋਨਲਡ ਟਰੰਪ ਅਮਰੀਕੀਆਂ ਨੂੰ ਇੱਕ ਦੂਜੇ ਖਿਲਾਫ ਖੜਾ ਕਰ ਰਹੇ ਹਨ। ਇਹ ਦੋਸ਼ ਜਿਹੜਾ ਹੈ ਲਗਾਇਆ ਗਿਆ ਹੈ ਕਿ ਡੋਨਲਡ ਟਰੰਪ ਜਿਹੜੇ ਨੇ ਅਤੇ ਉਹਨਾਂ ਦੇ ਪਾਰਟੀ ਦੇ ਬੰਦੇ ਜਿਹੜੇ ਨੇ ਅਮਰੀਕੀ ਲੋਕਾਂ ਨੂੰ ਇੱਕ ਦੂਸਰੇ ਦੇ ਖਿਲਾਫ ਖੜਾ ਕਰ ਰਹੇ ਨੇ। ਅਗਲੇ ਹਫਤੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹੈਰਿਸ ਨੇ ਕਿਹਾ ਹੈ ਕਿ ਡੋਨਲਡ ਟਰੰਪ ਜੋ ਪੇਸ਼ਕਸ਼ ਕਰ ਰਹੇ ਹਨ ਅਮਰੀਕਾ ਉਸ ਨਾਲੋਂ ਬਿਹਤਰ ਦਾ ਹੱਕਦਾਰ ਹੈ। ਯਾਨੀ ਕਿ ਅਮਰੀਕਾ ਨੂੰ ਇੱਕ ਅਜਿਹੇ ਰਾਸ਼ਟਰਪਤੀ ਦੀ ਲੋੜ ਹੈ ਜੋ ਸਾਡੇ ਲੋਕਾਂ ਅਤੇ ਬਾਕੀ ਦੁਨੀਆ ਪ੍ਰਤੀ ਜ਼ਿੰਮੇਵਾਰੀ ਅਤੇ ਭੂਮਿਕਾ ਨੂੰ ਸਮਝਦਾ ਹੋਵੇ, ਨਾ ਕਿ ਇਹਨਾਂ ਲੋਕਾਂ ਵਿੱਚ ਵੰਡ ਪਾਉਂਦਾ ਹੋਵੇ। ਸੋ ਹੈਰਿਸ ਨੇ ਸਾਰੀ ਗੱਲਾਂ ਵਿਸਕਾਂਸਿਨ ਵਿੱਚ ਪੱਤਰਕਾਰਾਂ ਨੂੰ ਕਹੀਆਂ ਸੀਗੀਆਂ। ਉਸਨੇ ਕਿਹਾ ਸੀਗਾ ਕਿ ਜਿਵੇਂ ਕਿ ਤੁਸੀਂ ਮੈਨੂੰ ਕਈ ਵਾਰ ਕਹਿੰਦੇ ਸੁਣਿਆ ਹੈ ਕਿ ਅਮਰੀਕੀ ਲੋਕਾਂ ਪ੍ਰਤੀ ਮੇਰੀ ਵਚਨਬੱਧਤਾ ਹੈ ਕਿ ਮੈਂ ਆਮ ਸਮਝ ਦੇ ਆਧਾਰ ਤੇ ਹੱਲ ਲੱਭਾਂਗੀ। ਉਹਨਾਂ ਲੋਕਾਂ ਨੂੰ ਵੀ ਸੁਣਾਂਗੀ ਜੋ ਮੇਰੇ ਤੋਂ ਅਸਹਿਮਤ ਹਨ, ਮਾਹਰਾਂ ਦੀ ਗੱਲ ਸੁਣਾਂਗੀ ਅਤੇ ਸਾਰੇ ਅਮਰੀਕੀਆਂ ਦੀ ਰਾਸ਼ਟਰਪਤੀ ਬਣਾਂਗੀ। ਉਹਨਾਂ ਨੇ ਇਹ ਵੀ ਕਿਹਾ ਕਿ ਪਰ ਡੋਨਲਡ ਟਰੰਪ ਅਮਰੀਕੀਆਂ ਨੂੰ ਇੱਕ ਦੂਜੇ ਦੇ ਖਿਲਾਫ ਖੜਾ ਕਰਦੇ ਹਨ। ਉਹ ਆਪਣਾ ਸਾਰਾ ਸਮਾਂ ਅਮਰੀਕੀਆਂ ਨੂੰ ਇੱਕ ਦੂਜੇ ਵੱਲ ਉਂਗਲ ਉਠਾਉਣ ਦੇ ਲਈ ਉਕਸਾਉਣ ਵਿੱਚ ਬਿਤਾਉਂਦੇ ਹਨ। ਉਹ ਆਪਣੇ ਰਾਜਨੀਤਿਕ ਵਿਰੋਧੀਆਂ ਤੋਂ ਬਦਲਾ ਲੈਣ ਦੀ ਸਾਜ਼ਿਸ਼ ਵਿੱਚ ਬਹੁਤ ਸਮਾਂ ਬਿਤਾਉਂਦੇ ਹਨ। ਹੈਰਿਸ ਨੇ ਵੀ ਕਿਹਾ ਕਿ ਟਰੰਪ ਇੱਕ ਅਜਿਹਾ ਵਿਅਕਤੀ ਬਣਦੇ ਜਾ ਰਹੇ ਹਨ ਜੋ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਆਪਣਾ ਦੁਸ਼ਮਣ ਸਮਝਦੇ ਹਨ। ਸੋ ਹਮੇਸ਼ਾ ਬਦਲਾ ਲੈਣ ਦੀ ਫਿਰਾਕ ਵਿੱਚ ਹੀ ਬੈਠੇ ਰਹਿੰਦੇ ਹਨ ਅਤੇ ਉਹ ਤੇਜ਼ੀ ਦੇ ਨਾਲ ਅਸਥਿਰ ਹੁੰਦੇ ਜਾ ਰਹੇ ਹਨ। ਐਸੇ ਬਹੁਤ ਸਾਰੇ ਦੋਸ਼ ਜਿਹੜੇ ਨੇ ਕਮਲਾ ਹੈਰਿਸ ਵੱਲੋਂ ਲਗਾਏ ਗਏ ਨੇ। ਇਹ ਗੱਲ ਨਹੀਂ ਹੈ ਕਿ ਡੋਨਲਡ ਟਰੰਪ ਵੱਲੋਂ ਕਮਲਾ ਹੈਰਿਸ ਤੇ ਕੋਈ ਇਲਜ਼ਾਮ ਨਹੀਂ ਲਗਾਇਆ ਗਿਆ। ਡੋਨਲਡ ਟਰੰਪ ਨੇ ਨਿੱਜੀ ਤੌਰ ਤੇ ਵੀ ਉਹਨਾਂ ਤੇ ਹਮਲਾ ਕੀਤਾ ਹੈ, ਉਹਨਾਂ ਦੇ ਰੰਗ ਰੂਪ ਨੂੰ ਲੈ ਕੇ ਵੀ ਬਹੁਤ ਕੁਝ ਕਿਹਾ ਹੈ। ਇਹ ਸਭ ਚੀਜ਼ਾਂ ਪਹਿਲਾਂ ਬਹੁਤ ਕੁਝ ਕਹਿ ਦਿੱਤੀਆਂ ਗਈਆਂ ਨੇ। ਸੋ ਉਸ ਤੋਂ ਬਾਅਦ ਕਮਲਾ ਹੈਰਿਸ ਨੇ ਵੀ ਡਟ ਕੇ ਮੁਕਾਬਲਾ ਜਿਹੜਾ ਹੈ ਡੋਨਲਡ ਟਰੰਪ ਦਾ ਕੀਤਾ ਹੈ। ਫਿਰ ਡੋਨਲਡ ਟਰੰਪ ਦਾ ਵੀ ਇਹ ਕਹਿਣਾ ਹੈ ਕਿ ਜੇ ਰਾਸ਼ਟਰਪਤੀ ਚੋਣਾਂ ਹੋਈਆਂ ਜਿਸ ਵਿੱਚ ਐਲਨ ਮਸਕ ਇਹ ਕਹਿੰਦੇ ਹੋਏ ਨਜ਼ਰ ਆਏ ਸੀ ਕਿ ਅਗਰ ਇਸ ਵਾਰ ਰਾਸ਼ਟਰਪਤੀ ਚੋਣਾਂ ਦੇ ਵਿੱਚ ਦੂਸਰੀ ਪਾਰਟੀ ਯਾਨੀ ਕਮਲਾ ਹੈਰਿਸ ਜਿੱਤ ਜਾਂਦੀ ਹੈ ਤੇ ਅਮਰੀਕਾ ਵਿੱਚ ਮੁੜ ਤੋਂ ਰਾਸ਼ਟਰਪਤੀ ਚੋਣਾਂ ਨਹੀਂ ਹੋਣਗੀਆਂ। ਉੱਥੇ ਉਹਨਾਂ ਨੇ ਕਿਹਾ ਕਿ ਜੇ ਡੋਨਲਡ ਟਰੰਪ ਜਿੱਤ ਜਾਂਦੇ ਹਨ ਤੇ ਅਮਰੀਕਾ ਦੀ ਅਰਥ ਵਿਵਸਥਾ ਸੁਧਰ ਜਾਏਗੀ। ਐਸੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਦੋਨੋਂ ਉਮੀਦਵਾਰਾਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਨੇ ਤੇ ਦੋਨੋਂ ਹੀ ਉਮੀਦਵਾਰਾਂ ਵੱਲੋਂ ਇੱਕ ਦੂਸਰੇ ਉੱਤੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ, ਜਿਸ ਵਿੱਚ ਕਮਲਾ ਹੈਰਿਸ ਨੇ ਕਿਹਾ ਕਿ ਮੇਰਾ ਨਜ਼ਰੀਆ ਬਹੁਤ ਸਪਸ਼ਟ ਹੈ, ਮੈਨੂੰ ਸਾਡੇ ਲੋਕਤੰਤਰ ਵਿੱਚ ਵਿਸ਼ਵਾਸ ਵੀ ਹੈ। ਲੋਕਤੰਤਰ ਸ਼ਾਨਦਾਰ ਹੈ ਪਰ ਗੁੰਝਲਦਾਰ ਹੁੰਦਾ ਹੈ। ਸਾਨੂੰ ਬਹਿਸ ਪਸੰਦ ਹੁੰਦੀ ਹੈ, ਅਸੀਂ ਮਤਭੇਦਾਂ ਨੂੰ ਸਵੀਕਾਰ ਕਰਦੇ ਹਾਂ। ਆਪਣੀ ਕੈਬਨਿਟ ਵਿੱਚ ਰਿਪਬਲਿਕਨ ਨੇਤਾਵਾਂ ਨੂੰ ਸ਼ਾਮਲ ਵੀ ਕਰਾਂਗੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਦਾ ਇੱਕ ਕਾਰਨ ਇਹ ਹੈ ਕਿ ਮੈਂ ਕਈ ਤਰ੍ਹਾਂ ਦੇ ਲੋਕਾਂ ਦੇ ਵਿਚਾਰ ਜਾਣਨਾ ਚਾਹੁੰਦੀ ਹਾਂ। ਉਹਨੇ ਕਿਹਾ ਕਿ ਵੱਖੋ-ਵੱਖ ਦ੍ਰਿਸ਼ਟੀਕੋਣਾਂ ਤੋਂ ਵੱਖੋ ਵੱਖਰੇ ਵਿਚਾਰਾਂ ਬਾਰੇ ਸਿੱਖਣਾ ਅਤੇ ਲਾਭ ਉਠਾਉਣਾ ਪਸੰਦ ਕਰਦੀ ਹਾਂ। ਉਹਨੇ ਕਿਹਾ ਕਿ ਜੋ ਮੈਨੂੰ ਸਭ ਤੋਂ ਵਧੀਆ ਫੈਸਲਾ ਲੈਣ ਵਿੱਚ ਮਦਦ ਕਰਦੇ ਹਨ। ਮੇਰੇ ਅਤੇ ਡੋਨਲਡ ਟਰੰਪ ਵਿੱਚ ਇਹ ਬਹੁਤ ਵੱਡਾ ਅੰਤਰ ਹੈ। ਆਪਣੇ ਸੰਤਾਂ ਨੂੰ ਦੱਸਦੇ ਹੋਏ ਕਮਲਾ ਹੈਰਿਸ ਨੇ ਸਪਸ਼ਟੀਕਰਨ ਆਪਣਾ ਦਿੱਤਾ ਹੈ ਕਿ ਕਿੰਨੇ ਵੱਡੇ ਫਰਕ ਦੇ ਨਾਲ ਉਹ ਇਹ ਸਭ ਕੁਝ ਸੋਚਦੀ ਹੈ, ਲੇਕਿਨ ਡੋਨਲਡ ਟਰੰਪ ਐਸਾ ਨਹੀਂ ਸੋਚਦੇ। ਈਵਨ ਕਿ ਕਮਲਾ ਹੈਰਿਸ ਨੇ ਇਹ ਵੀ ਕਿਹਾ ਕਿ ਜੇਕਰ ਡੋਨਲਡ ਟਰੰਪ ਜਿੱਤ ਜਾਂਦੇ ਨੇ ਤੇ ਔਰਤਾਂ ਨੂੰ ਖਤਰਾ ਹੋ ਸਕਦਾ ਹੈ, ਔਰਤਾਂ ਦੀ ਸੁਤੰਤਰਤਾ ਨੂੰ ਖਤਰਾ ਹੋ ਸਕਦਾ ਹੈ, ਕਿਉਂਕਿ ਡੋਨਲਡ ਟਰੰਪ ਦੀ ਸੋਚ ਕੁਝ ਹੋਰ ਹੀ ਬਿਆਨ ਕਰਦੀ ਹੈ। ਐਸੇ ਬਹੁਤ ਸਾਰੇ ਇਲਜ਼ਾਮ ਜਿਹੜੇ ਨੇ ਦੋਨੋਂ ਉਮੀਦਵਾਰਾਂ ਵੱਲੋਂ ਲਗਾਏ ਜਾ ਰਹੇ ਨੇ। ਫਿਲਹਾਲ ਇਹ ਇਲਜ਼ਾਮਾਂ ਦਾ ਸਿਲਸਿਲਾ ਕੁਝ ਹੀ
ਸਮੇਂ ਦਾ ਹੈ। 2 ਦਿਨ ਬਾਅਦ ਇਹ ਸਿਲਸਿਲਾ ਵੀ ਬੰਦ ਹੋ ਜਾਵੇਗਾ ਤੇ ਦੋਨੋਂ ਉਮੀਦਵਾਰ ਜਿਹੜੇ ਨੇ ਆਪਣੀ ਫੈਸਲੇ ਨੂੰ ਲੈ ਕੇ ਇੰਤਜ਼ਾਰ ਕਰਨਗੇ। ਦੋਨਾਂ ਦੀ ਕਿਸਮਤ ਦੇ ਵਿੱਚ ਫੈਸਲਾ ਸਾਹਮਣੇ ਆ ਜਾਏਗਾ। 5 ਨਵੰਬਰ ਨੂੰ ਸ਼ਾਮ ਤੱਕ ਇਹ ਵੋਟਾਂ ਪੈਣੀਆਂ ਨੇ। ਉਸ ਤੋਂ ਬਾਅਦ ਵੋਟਾਂ ਦਾ ਨਤੀਜਾ ਸਭ ਦੇ ਸਾਹਮਣੇ ਆ ਜਾਏਗਾ ਤੇ ਦੁਨੀਆ ਦੇ ਜਿਹੜੀ ਨਜ਼ਰਾਂ ਨੇ ਟਿਕੀਆਂ ਹੋਈਆਂ, ਦੁਨੀਆ ਦੇ ਲੋਕ ਜਿਹੜੇ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦਾ ਇੰਤਜ਼ਾਰ ਵੀ ਖਤਮ ਹੋ ਜਾਵੇਗਾ। ਫਿਲਹਾਲ ਬਹੁਤ ਸਾਰੇ ਲੋਕ ਇਸ ਟਾਈਮ ਵੋਟ ਪਾ ਚੁੱਕੇ ਨੇ, ਬਾਕੀ ਹਲੇ ਵੀ ਬਾਕੀ ਨੇ ਵੋਟ ਪਾਉਣ ਵਾਲੇ ਜੋ 5 ਨਵੰਬਰ ਨੂੰ ਪੋਲਿੰਗ ਬੂਥ ਤੇ ਜਾ ਕੇ ਵੋਟ ਪਾਉਣਗੇ। ਸੋ ਹੁਣ ਇੰਤਜ਼ਾਰ ਦੀ ਘੜੀਆਂ ਸ਼ੁਰੂ ਹੋ ਚੁੱਕੀਆਂ ਨੇ। ਬਹੁਤ ਜ਼ਿਆਦਾ ਜਿਹੜਾ ਇੰਤਜ਼ਾਰ ਇਸ ਲਈ ਕੀਤਾ ਜਾ ਰਿਹਾ ਹੈ ਕਿ ਆਖਿਰ ਅਮਰੀਕਾ ਦੀ ਸੱਤਾ ਕਿਸ ਪਾਰਟੀ ਉਮੀਦਵਾਰ ਦੇ ਹੱਥ ਵਿੱਚ ਆਏਗੀ। ਸੋ ਹੋਰ ਅਪਡੇਟਸ ਲੈ ਕੇ ਮੈਂ ਸੁਰਭੀ ਸ਼ਰਮਾ ਫਿਰ ਤੋਂ ਹਾਜ਼ਰ ਹੋਵਾਂਗੀ। ਤੁਸੀਂ ਬਨੇ ਰਹੋ ਜੀ ਸਾਡੇ ਚੈਨਲ ਪੰਜਾਬ LUS ਟੀਵੀ ਦੇ ਨਾਲ। ਇਸ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮੈਨੂੰ ਦਿਓ ਜੀ ਇਜਾਜ਼ਤ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।